ਜੈ ਮਸੀਹ ਦੀ ਸਾਰਿਆਂ ਨੂੰ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੀ ਹਾਂ ਇਸ ਚੈਨਲ ਤੇ। ਹੋਰ ਜਿਹੜੇ ਮੈਨੂੰ ਨਹੀਂ ਜਾਣਦੇ, ਮੈਂ ਗੋਲਡੀ ਵਾਂਗਾ। ਹੋਰ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਯਿਸੂ ਮਸੀਹ ਦੇ ਨਾਂ 'ਚ। ਹੋਰ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਅੱਜ ਦੇ ਵਚਨਾਂ ਦੁਆਰਾ ਆਸ਼ੀਸ਼ ਮਿਲੇਗੀ। ਹੋਰ ਆਸ਼ਾ ਕਰਦੀ ਹਾਂ ਕਿ ਤੁਸੀਂ ਬੀਤੇ ਦਿਨਾਂ 'ਚ ਵੀ ਆਸ਼ੀਸ਼ ਪਾਈ ਹੋਏਗੀ। ਹੋਰ ਆਉਣੇ ਵਾਲੇ ਦਿਨਾਂ 'ਚ ਵੀ ਤੁਸੀਂ ਵਚਨਾਂ ਦੇ ਦੁਆਰਾ ਆਸ਼ੀਸ਼ ਪਾਓਗੇ। ਤੇ ਪਰਮੇਸ਼ਰ, ਮੈਂ ਵਿਸ਼ਵਾਸ ਕਰਦੀ ਹਾਂ ਕਿ ਆਪਣੇ ਵਚਨਾਂ ਦੇ ਰਾਹੀਂ ਤੁਹਾਡੇ ਨਾਲ ਗੱਲ ਕਰ ਰਿਹਾ ਹੈ। ਅੱਜ ਮੈਂ ਤੁਹਾਡੇ ਨਾਲ ਵੰਡਣਾ ਚਾਹੁੰਦੀ ਹਾਂ ਸ਼ਬਦ ਉਪਦੇਸ਼ਕ ਦੀ ਕਿਤਾਬ ਨੂੰ ਵੱਲੋਂ 5:2, ਚੈਪਟਰ 5 ਉਸਦਾ ਵਰਸ 2। ਆਪਣੇ ਮੂੰਹ ਨਾਲ ਰੁੱਖੇ ਨਾ ਹੋਵੋ ਅਤੇ ਪਰਮੇਸ਼ਵਰ ਅੱਗੇ ਆਪਣੇ ਦਿਲ ਨੂੰ ਰੁੱਖਾ ਨਾ ਬੋਲਣ ਦਿਓ। ਹਾਲੇਲੂਇਆ। ਆਪਣੇ ਮੂੰਹ ਨਾਲ ਰੁੱਖੇ ਨਾ ਹੋਵੋ। ਹਾਲੇਲੂਇਆ। ਇਹ ਵਚਨ ਕਹਿੰਦਾ ਹੈ ਕਿ ਆਪਣੇ ਮੂੰਹ ਨਾਲ ਰੁੱਖੇ ਨਾ ਹੋਵੋ। ਨਾ ਤੇ ਖੁਦਾ ਨਾਲ, ਨਾ ਹੀ ਕਿਸੇ ਹੋਰ ਨਾਲ ਸਾਨੂੰ ਰੁੱਖੇ ਹੋਣਾ ਹੈ। ਖੁਦਾ ਨਾਲ ਬੀ ਪਾਰਟ 'ਚ ਪਿਆ ਲਿਖਿਆ ਪਿਆ। ਫਰਸਟ ਪਾਰਟ ਕਹਿੰਦਾ ਆਪਣੇ ਮੂੰਹ ਨਾਲ ਰੁੱਖੇ ਨਾ ਹੋਵੋ। ਅਸੀਂ ਰੁੱਖਿਆ ਕਦੋਂ ਬੋਲਦੇ ਹਾਂ? ਜਦ ਸਾਨੂੰ ਕਿਸੇ ਉੱਤੇ ਗੁੱਸਾ ਆਉਂਦਾ ਹੈ, ਜਾਂ ਸਾਡਾ ਮਨ ਹਮੇਸ਼ਾ ਗੁੱਸੇ ਨਾਲ ਭਰਿਆ ਰਹਿੰਦਾ ਹੈ, ਜਾਂ ਅਸੀਂ ਕਿਸੇ ਨਾਲ ਕੜਵਾਹਟ 'ਚ ਰਹਿੰਦੇ ਹਾਂ, ਜਾਂ ਸਾਡੇ ਜੀਵਨ 'ਚ ਬਹੁਤ ਸਾਰੀ ਕੜਵਾਹਟ ਭਰੀ ਹੁੰਦੀ ਹੈ। ਇਸ ਕਰਕੇ ਜੇ ਸਾਡੇ ਨਾਲ ਕੋਈ ਸਿੱਧੀ ਗੱਲ ਵੀ ਕਰਦਾ ਤੇ ਅਸੀਂ ਉਹਦਾ ਕੀ ਕਰਦੇ ਹਾਂ? ਪੁੱਠਾ ਹੀ ਜਵਾਬ ਦੇਣਾ ਪਸੰਦ ਕਰਦੇ ਹਾਂ, ਕਿਉਂਕਿ ਅਸੀਂ ਇੰਨੇ ਜ਼ਿਆਦਾ ਗੁੱਸੇ ਨਾਲ ਜਾਂ ਕੜਵਾਹਟ ਨਾਲ ਭਰੇ ਰਹਿੰਦੇ ਹਾਂ। ਜਾਂ ਫਿਰ ਕੀ ਹੁੰਦਾ ਹੈ, ਇੱਕ ਹਾਸੇ ਕੇ ਤਿੱਤੀਆਂ ਰਨਮਾ, ਜੇ ਲੋਕ ਸਾਨੂੰ ਚੋਟ ਪਹੁੰਚਾਉਂਦੇ ਨੇ ਜਾਂ ਬੁਰੀਆਂ ਗੱਲਾਂ ਕਹਿੰਦੇ ਨੇ ਤੇ ਸਾਨੂੰ ਬਹੁਤ ਦੁੱਖ ਪਹੁੰਚਾਉਂਦੇ ਨੇ, ਉਸ ਸਮੇਂ ਵੀ ਸਾਡਾ ਕੀ ਮਨ ਕਰਦਾ ਕਿ ਅਸੀਂ ਉਹਨਾਂ ਨਾਲ ਰੁੱਖੇ ਬੋਲੀਏ। ਲੇਕਿਨ ਬਾਈਬਲ ਸਾਨੂੰ ਸਿਖਾਉਂਦੀ ਹੈ, ਮੇਰੇ ਭਰਾਵੋ ਤੇ ਭੈਣੋ, ਆਪਣੇ ਮੂੰਹ ਨਾਲੋਂ ਰੁੱਖੇ ਨਾ ਹੋਵੋ। ਹਾਲੇਲੂਇਆ। ਕਿਉਂ? ਜੇਕਰ ਪਰਮੇਸ਼ਵਰ ਦਾ ਨੇਚਰ, ਯਿਸੂ ਮਸੀਹ ਦਾ ਨੇਚਰ, ਖੁਦਾ ਦਾ ਨੇਚਰ ਸਾਡੇ ਜੀਵਨ 'ਚ ਆਉਂਦਾ ਰਵੇ, ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਉਹ ਸਾਨੂੰ ਅਨੁਸ਼ੰਸ ਕਰਕੇ ਬਦਲਦਾ ਹੈ। ਹੀ ਨਹਾ ਸੇਖੇ ਤਰ੍ਹਾਂ ਆਪਣੇ ਮੂੰਹ ਨਾਲੋਂ ਰੁੱਖਾ ਨਾ ਹੋਵੋ, ਰੁੱਖੇ ਨਾ ਹੋਵੋ। ਤੇ ਇਸ ਕਰਕੇ ਸਾਨੂੰ ਕੀ ਕਰਨਾ ਹੈ? ਹਾਲੇਲੂਇਆ। ਜਦੋਂ ਸਾਨੂੰ ਕੋਈ ਬੁਰਾ ਭਲਾ ਵੀ ਕਹੇ, ਸਾਨੂੰ ਸੋਚ ਸਮਝ ਕੇ ਜਵਾਬ ਦੇਣਾ, ਕਿਉਂਕਿ ਬਾਈਬਲ ਕਹਿੰਦੀ ਬੋਲਣ ਦਾ ਸਮੇਂ ਚੁੱਪ ਰਹਿਣ ਦਾ ਸਮੇਂ ਹੈ। ਹਾਲੇਲੂਇਆ। ਪਤਾ ਨਹੀਂ ਪ੍ਰਭੂ ਚਾਹੁੰਦਾ ਵੀ ਹੈ ਕਿ ਤੁਸੀਂ ਕੁਝ ਬੋਲੋ ਕਿ ਨਹੀਂ, ਕਿਉਂਕਿ ਹੋ ਸਕਦਾ ਲੋਕ ਜਾਣਦੇ ਹੋਣ ਕਿ ਤੁਸੀਂ ਗੁੱਸੇ 'ਚ ਆਓ। ਮੰਨ ਲਓ ਤੁਹਾਡਾ ਨੇਚਰ ਅੱਛਾ ਵੀ ਹੈ, ਔਰ ਤੁਸੀਂ ਬਿਟਰ ਵੀ ਨਹੀਂ ਹੋ, ਕੜਵੇ ਵੀ ਨਹੀਂ ਹੋ, ਨਾ ਹੀ ਤੁਸੀਂ ਕਿਸੇ ਬਾਰੇ ਆਪਣੇ ਜੀਵਨ 'ਚ ਕੋਈ ਬਦਲੇ ਦੀ ਭਾਵਨਾ ਰੱਖੀ, ਪਰ ਫਿਰ ਵੀ ਲੋਕ ਤੁਹਾਨੂੰ ਕਈ ਵਾਰੀ ਇੰਨਾ ਸਤਾ ਦਿੰਦੇ ਹੋਣ ਕਿ ਤੁਹਾਨੂੰ ਲੱਗਦਾ ਹੋਏ ਕਿ ਮੈਂ ਲੜ ਲਵਾਂ ਇਹਨਾਂ ਨਾਲ, ਮੈਂ ਜਵਾਬ ਦੇ ਦੇਵਾਂ। ਹਾਲੇਲੂਇਆ। ਤੇ ਲੇਕਿਨ ਬਾਈਬਲ ਸਾਨੂੰ ਕੀ ਕਹਿੰਦੀ ਹੈ? ਆਪਣੇ ਮੂੰਹ ਨਾਲ ਰੁੱਖੇ ਨਾ ਹੋਵੋ। ਜਦ ਤੁਹਾਨੂੰ ਕੋਈ ਸਤਾਉਂਦਾ ਵੀ ਹੋਵੇ ਤਾਂ ਆਪਾਂ ਰੁੱਖੇ ਨਾ ਹੋਈਏ। ਪਿਛਲੇ 1.5 ਸਾਲ 'ਚ ਪ੍ਰਭੂ ਮੈਨੂੰ ਇੱਕ ਪਰਸਵੈਰੈਂਸ ਦੇ ਲੈਵਲ ਤੇ ਲੈ ਕੇ ਜਾ ਰਿਹਾ ਸੀ, ਜਿੱਦਾਂ ਪੇਸ਼ੈਂਸ ਤੋਂ ਵੀ ਉੱਪਰ, ਜਿੱਦਾਂ ਸਬਰ ਤੋਂ ਵੀ ਹੋਰ ਉੱਪਰ ਪਰਮੇਸ਼ਵਰ ਜਦ ਸਿਖਾਉਂਦਾ ਹੈ ਸਾਨੂੰ, ਤਾਂ ਪਰਮੇਸ਼ਵਰ ਸਿਖਾ ਰਿਹਾ ਸੀ, ਇਹਨੇ ਤੈਨੂੰ ਇਹ ਕਿਹਾ, ਇਸਨੇ ਤੇਰੇ ਬਾਰੇ ਇਹ ਕਿਹਾ, ਤੂੰ ਜਾਣਦੀ ਹੈ ਇਹ ਨਹੀਂ ਹੋਇਆ, ਤੇ ਤੂੰ ਕਿੱਦਾਂ ਕੱਟ ਗਈ? ਅਗਰ ਉਹਨਾਂ ਨੇ ਕਿਹਾ, ਉਹਨਾਂ ਦੀ ਆਊਟਲੁੱਕ ਹੈ, ਉਹ ਉਹਨਾਂ ਦਾ ਢੰਗ ਹੈ, ਉਹਨਾਂ ਦਾ ਨੇਚਰ ਹੈ। ਹਾਲੇਲੂਇਆ। ਲੇਕਿਨ ਤੇਰਾ ਨੇਚਰ ਕੀ ਹੈ? ਮਸੀਹ ਨੇਚਰ। ਇਸ ਲਈ ਤੈਨੂੰ ਇਹਨਾਂ ਗੱਲਾਂ 'ਚ ਇਨਵੋਲਵ ਹੋਣ ਦੀ ਲੋੜ ਨਹੀਂ ਹੈ, ਨਾ ਹੀ ਕੋਈ ਟੈਨਸ਼ਨ ਜਾਂ ਕੜਵਾਹਟ 'ਚ ਜਾਣ ਦੀ ਲੋੜ ਹੈ। ਹਾਲੇਲੂਇਆ। ਇਸ ਕਰਕੇ ਪਿਛਲੇ ਹੀ ਦਿਨਾਂ ਦੀ ਗੱਲ ਹੈ, 27 ਤਰੀਕ ਜਨਵਰੀ ਦੀ ਗੱਲ ਹੈ, ਮੇਰੇ ਉੱਤੇ ਬਹੁਤ ਵੱਡਾ ਅਟੈਕ ਆਇਆ। ਹੋਰ 28 ਤਰੀਕ ਨੂੰ ਮੈਂ ਮਿਨਿਸਟਰੀ ਵਾਸਤੇ ਨਿਕਲ ਰਹੀ ਸੀ ਬਾਹਰ, ਮਤਲਬ ਥੋੜਾ ਹੌਲੀਡੇ ਪਲੱਸ ਮਿਨਿਸਟਰੀ ਸੀ ਉਹ। ਉਸ ਟਾਈਮ ਤੇ ਮੈਂ ਮਤਲਬ ਇੰਨਾ ਜ਼ਿਆਦਾ ਅਟੈਕ ਹੋਇਆ, ਮੈਨੂੰ ਲੱਗਿਆ ਕਿ ਮੈਂ ਅੱਜ ਇਹ ਚੀਜ਼ ਪਹਿਲੇ ਸੌਰਟ ਕਰ ਲਵਾਂ, ਜੋ ਮਤਲਬ ਇਸ ਦਾ ਪਹਿਲੇ ਨਿਆਂ ਕਰ ਲਵਾਂ, ਜਾਂ ਇਸ ਗੱਲ ਦਾ ਮੈਂ ਜਵਾਬ ਦੇ ਦਾਂ, ਜਾਂ ਫਿਰ ਇਸ ਨੂੰ ਸੌਰਟ ਕਰਨ ਨੂੰ ਕੀ ਕਹਾਂਗੇ ਆਪਾਂ, ਮਤਲਬ ਸਹੀ ਕਰ ਲਵਾਂ ਆਪਣੇ ਹਿਸਾਬ ਨਾਲ। ਲੇਕਿਨ ਉਹੀ ਹੈ, ਜਦੋਂ ਸਾਨੂੰ ਪਰਖਣਾ ਹੈ ਚਰਚ, ਪਰਖਣਾ ਕਿੱਦਾਂ ਕਿ ਡਿਜ਼ਰਨ ਕਰਨਾ ਹੈ, ਪਰਖਣਾ ਕਿ ਕਿੱਥੋਂ ਆਵਾਜ਼ ਆਈ, ਇਹ ਸ਼ੈਤਾਨ ਨੇ ਕਿਹਨੂੰ ਵਰਤਿਆ, ਕਿਹਦੇ ਮੂੰਹ ਨੂੰ ਇਸਤੇਮਾਲ ਕਰ ਗਿਆ ਉਹ। ਹਾਲੇਲੂਇਆ। ਮੈਨੂੰ ਉਕਸਾਉਣ ਲਈ ਕਿ ਮੈਂ ਹੋਰ 2 ਗੱਲਾਂ ਬੋਲਦਾ, 2 ਉਹ ਬੋਲਦਾ, ਉਹ 4 ਬੋਲਦਾ, ਮੈਂ 5 ਬੋਲਦਾ। ਉਹ ਕਰਦੇ ਕਰਦੇ ਕੀ ਹੋਏ? ਲੜਾਈ ਝਗੜਾ ਸ਼ੁਰੂ ਹੋ ਜਾਏ। ਤੇ ਜਿਹੜਾ ਤੁਹਾਡਾ ਔਰ ਮੇਰਾ ਨੇਚਰ ਹੈ, ਉਹ ਮਸੀਹਤ ਦੀ ਤਰਫ ਚੱਲਣਾ ਚਾਹੀਦਾ। ਜਿਹੜਾ ਸਾਡਾ ਕੈਰੈਕਟਰ ਹੈ, ਜਿਹੜਾ ਸਾਡਾ ਮਜਾਜ਼ ਹੈ, ਸਾਡਾ ਮਤਲਬ ਨੇਚਰ ਹੈ, ਉਹ ਹੌਲੀ ਹੌਲੀ ਪਰਮੇਸ਼ਵਰ ਦੀ ਤਰ੍ਹਾਂ ਬਣਨਾ ਜ਼ਰੂਰੀ ਹੈ। ਜ਼ਾਹਿਰ ਗੱਲ ਹੈ ਕਲੀਸਿਆ ਕਿ ਅਸੀਂ ਇੱਕ ਦਿਨ 'ਚ ਪ੍ਰਭੂ ਦੇ ਸਰੂਪ 'ਚ ਨਹੀਂ ਬਣ ਜਾਂਦੇ। ਵੀ ਡੂ ਨਾਟ ਗੈਟ ਟਰਾਂਸਫਾਰਮਡ ਇਨ ਅ ਡੇ। ਅਸੀਂ ਇੱਕ ਦਿਨ 'ਚ ਤਾਂ ਨਹੀਂ ਬਦਲ ਜਾਂਦੇ।
ਲੇਕਿਨ ਜਿੱਦਾਂ ਜਿੱਦਾਂ ਅਸੀਂ ਵਚਨ ਲੈਂਦੇ ਹਾਂ, ਆਪਣੇ ਜੀਵਨਾਂ 'ਚ ਉਤਾਰਦੇ ਹਾਂ, ਹੋਰ ਵਿਸ਼ਵਾਸ ਕਰਦੇ ਹਾਂ ਕਿ ਪ੍ਰਭੂ ਅੱਜ ਮੈਂ ਇਸ ਚੀਜ਼ ਤੇ ਜੈ ਪਾ ਰਹੀ ਹਾਂ, ਕੱਲ ਮੈਂ ਇਸ ਚੀਜ਼ ਤੇ ਜੈ ਪਾ ਰਹੀ ਹਾਂ, ਹਰ ਦਿਨ ਅਸੀਂ ਵੱਧ ਰਹੇ ਹਾਂ। ਜਿੱਦਾਂ ਸਕੂਲ ਜਾਂਦੇ ਹਾਂ ਆਪਾਂ, ਕਿਦਾਂ ਇੱਕ ਚੈਪਟਰ ਪੜ੍ਹਦੇ ਹਾਂ, ਇਹ ਨਹੀਂ ਕਿ ਸਾਨੂੰ ਟੀਚਰ 10 ਚੈਪਟਰ ਪੜ੍ਹਾ ਦਿੰਦੀ। ਇਸ ਤਰ੍ਹਾਂ ਹੀ ਸਾਡਾ ਟੀਚਰ ਪਵਿੱਤਰ ਆਤਮਾ ਇੱਕ ਬਹੁਤ ਅੱਛਾ ਟੀਚਰ ਹੈ। ਉਹ ਸਾਨੂੰ ਬਰਡਨਸਮ ਕਰਕੇ ਨਹੀਂ, ਸਾਡੇ ਉੱਤੇ ਬੋਝ ਪਾ ਕੇ ਨਹੀਂ ਸਿਖਾਉਂਦਾ, ਹੌਲੀ ਹੌਲੀ ਸਿਖਾਉਂਦਾ। ਬਸ ਇੰਨਾ ਜ਼ਰੂਰ ਕਰਨਾ ਸਾਨੂੰ ਕਿ ਸੁਣਨਾ ਹੈ, ਸਮਝਣਾ ਹੈ। ਤਾਂ ਕੁਝ ਦਿਨਾਂ ਦੀ ਗੱਲ ਹੈ, ਮੈਂ ਕਾਫੀ ਗੱਲਾਂ ਨੂੰ ਸੋਚ ਰਹੀ ਸੀ, ਹੋ ਗਏ ਕੋਈ 4-5 ਦਿਨ। ਤਾਂ ਮੈਂ ਸੋਚਣ ਲੱਗੀ ਪ੍ਰਭੂ ਇਹ ਹੋ ਕੀ ਰਿਹਾ, ਮਿਨਿਸਟਰੀ 'ਚ ਕੀ ਹੋ ਰਿਹਾ, ਲੋਕ ਕੀ ਕਰ ਰਹੇ ਆ, ਜਿਸ ਤਰ੍ਹਾਂ ਕਹੀਦਾ ਕਿ ਮੈਨੂੰ ਕਿੰਨਾ ਇਸ ਪ੍ਰੋਸੈਸ ਵਿੱਚ ਹੋ ਕੇ ਜਾਣਾ ਪਏਗਾ। ਤਾਂ ਪਰਮੇਸ਼ਵਰ ਮੈਨੂੰ ਇੱਕ ਸ਼ਬਦ ਦੀ ਬੁੱਕ ਬਾਰੇ ਪੜ੍ਹਨ ਲਈ ਪ੍ਰਭੂ ਨੇ ਮੈਨੂੰ ਕਿਹਾ। ਤਾਂ ਜਦੋਂ ਮੈਂ ਪੜ੍ਹਨ ਲੱਗੀ ਤਾਂ ਪਰਮੇਸ਼ਵਰ ਨੇ ਮੇਰੇ ਮਨ 'ਚ ਕਈ ਗੱਲਾਂ ਨੂੰ ਪਾਇਆ, ਜਿਸ 'ਚੋਂ ਮੈਂ ਕੁਝ ਇਹਨੂੰ ਸੀਰੀਜ਼ ਨੂੰ ਕਰਦੀ ਜਾਵਾਂਗੀ ਆਉਣ ਵਾਲੇ ਦਿਨਾਂ 'ਚ। ਅਤੇ ਇਹ ਅੱਜ ਮੈਂ ਤੁਹਾਡੇ ਨਾਲ ਪਾਰਟ 1 ਕਰ ਰਹੀ ਹਾਂ, ਜਿਸ ਵਿੱਚ ਮੈਂ ਤੁਹਾਨੂੰ ਇਹੀ ਸਿਖਾਉਣਾ ਚਾਹ ਰਹੀ ਹਾਂ ਵਚਨ ਦੇ ਦੁਆਰਾ ਕਿ ਅਸੀਂ ਰੁੱਖੇ ਨਾ ਹੋਈਏ। ਹੋਰ ਪ੍ਰਭੂ ਨੇ ਉਸ ਦਿਨ ਮੈਨੂੰ ਸਬਰ ਦਿੱਤਾ ਕਿ ਮੈਂ ਕੁਝ ਵੀ ਨਹੀਂ ਕਿਹਾ, ਮੈਂ ਆਪਣਾ ਉਸ ਜਗ੍ਹਾ ਤੋਂ ਨੋਰਮਲੀ ਬਾਹਰ ਆ ਗਈ। ਉਸ ਤੋਂ ਬਾਅਦ ਅਤੇ ਪਰਮੇਸ਼ਵਰ ਅੱਗੇ ਆਪਣੇ ਦਿਲ ਨੂੰ ਰੁੱਖਾ ਨਾ ਬੋਲਣ ਦਿਓ। ਹਾਲੇਲੂਇਆ। ਅਤੇ ਪਰਮੇਸ਼ਵਰ ਅੱਗੇ ਆਪਣੇ ਦਿਲ ਨੂੰ ਰੁੱਖਾ ਨਾ ਬੋਲਣ ਦਿਓ। ਔਰ ਇੰਗਲਿਸ਼ ਬਾਈਬਲ ਕਹਿੰਦੀ ਹੈ ਡੂ ਨਾਟ ਬੀ ਹੇਸਟੀ ਇਨ ਯਰ ਹਾਰਟ ਟੂ ਅਟਰ ਐਨੀਥਿੰਗ ਬਿਫੋਰ ਗੋਡ। ਹੈ ਨਾ, ਮਤਲਬ ਅਸੀਂ ਇੰਨੇ ਜ਼ਿਆਦਾ ਜਲਦੀ ਨਾ ਕਰ ਲਈਏ, ਮਤਲਬ ਹੋਰ ਆਪਾਂ ਸਕਦਾ ਅਸੀਂ ਇੰਨੇ ਜ਼ਿਆਦਾ ਜਲਦੀ ਨਾ ਕਰ ਲਈਏ ਕਿ ਅਸੀਂ ਖੁਦਾ ਦੇ ਅੱਗੇ ਕੁਝ ਵੀ ਬੋਲਣ ਲੱਗੇ। ਪਹਿਲਾਂ ਅਸੀਂ ਕੀ ਕਰਦੇ ਹਾਂ, ਅਸੀਂ ਲੋਕਾਂ ਨਾਲ ਲੜ ਲੈਂਦੇ ਹਾਂ, ਜਾਂ ਫਿਰ ਉਹ ਨਹੀਂ ਵੀ ਕੁਝ ਬੋਲ ਰਹੇ ਹੁੰਦੇ ਅਸੀਂ ਖੁਦ ਛੇੜ ਲੈਂਦੇ ਹਾਂ, ਜਾਂ ਫਿਰ ਉਹ ਜਦੋਂ ਸਤਾਉਂਦੇ ਸਾਨੂੰ ਅਸੀਂ ਵੀ ਆਪਣੇ ਢੰਗ ਨਾਲ ਕਰਨਾ ਚਾਹੁੰਦੇ, ਜਦ ਕਿ ਬਾਈਬਲ ਕਹਿੰਦੀ ਹੈ ਅਸੀਂ ਆਪਣੇ ਢੰਗ ਨਾਲ ਕੁਝ ਵੀ ਨਾ ਡੀਲ ਕਰੀਏ, ਕਿਉਂਕਿ ਬਾਈਬਲ ਕਹਿੰਦੀ ਹੈ ਕਿ ਹਕਲਾ ਹਾਸੇ ਖੇ ਤੇ ਰਹਿਣਾ, ਖੁਦਾ ਸਾਡੇ ਯੁੱਧਾਂ ਨੂੰ ਲੜਦਾ ਹੈ ਨਾ। ਤਾਂ ਉਸ ਤੋਂ ਇਲਾਵਾ ਉੱਥੇ ਚੁੱਪ, ਅਗਰ ਤੁਹਾਨੂੰ ਪਰਮੇਸ਼ਰ ਨਹੀਂ ਅਲਾਉ ਕਰਿਆ ਕੁਝ ਕਹਿਣ ਲਈ, ਉੱਥੇ ਚੁੱਪ ਰਹਿਣ ਦੇ ਇਲਾਵਾ ਅਸੀਂ ਹੋਰ ਕੀ ਕਰਨਾ, ਅਸੀਂ ਪਰਮੇਸ਼ਰ ਅੱਗੇ ਵੀ ਰੁੱਖਾ ਨਹੀਂ ਬੋਲਣਾ। ਇਹ ਨਹੀਂ ਕਿ ਅਸੀਂ ਪਰੇਸ਼ਾਨ ਹੋਈਏ ਤਾਂ ਸਾਰੀ ਗੱਲਾਂ ਕੁੜਕੁੜਾ ਕੇ ਖੁਦਾ ਦੇ ਅੱਗੇ ਰੱਖ ਦਈਏ, ਕੁੜਕੁੜਾਉਂਦੇ ਕਿ ਪ੍ਰਭੂ ਮੇਰੇ ਨਾਲ ਤਾਂ ਇੱਦਾਂ ਹੁੰਦਾ, ਮੇਰੇ ਨਾਲ ਤਾਂ ਉੱਦਾਂ ਹੁੰਦਾ, ਮੇਰੇ ਨਾਲ ਕੁਝ ਭਲਾ ਨਹੀਂ ਹੁੰਦਾ, ਮੈਂ ਇੰਨੇ ਸਾਲ ਤੋਂ ਤੇਰੀ ਸੇਵਾ ਕਰ ਰਹੀ, ਮੈਂ ਸਾਰੀਆਂ ਗੱਲਾਂ ਮੰਨ ਰਹੀ, ਉਹ ਫਲਾਣਾ ਤੇਰੀ ਇੰਨੀ ਵੀ ਗੱਲ ਨਹੀਂ ਮੰਨਦਾ, ਮੈਂ ਸਭ ਕੁਝ ਮੰਨਦੀ, ਫਿਰ ਵੀ ਪ੍ਰਭੂ ਮੇਰੇ ਨਾਲ ਕੁਝ ਭਲਾਈ ਨਹੀਂ ਹੋ ਰਹੀ। ਅਸੀਂ ਇੱਦਾਂ ਜਾ ਕੇ ਕਹਿੰਦੇ ਹਾਂ, ਲੇਕਿਨ ਬਾਈਬਲ ਕਹਿੰਦੀ ਡੂ ਨਾਟ ਬੀ ਹੇਸਟੀ ਇਨ ਯਰ ਹਾਰਟ ਟੂ ਅਟਰ ਐਨੀਥਿੰਗ ਬਿਫੋਰ ਗੋਡ। ਲੇਕਿਨ ਪਰਮੇਸ਼ਵਰ ਦੇ ਅੱਗੇ ਅਸੀਂ ਜਲਦੀ ਨਾ ਮਚਾਈਏ ਕੁਝ ਵੀ ਬੋਲਣ ਦੀ, ਅਸੀਂ ਬਲਕਿ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੀਏ ਕਿ ਪਰਮੇਸ਼ਵਰ ਸਾਨੂੰ ਉਸ ਪੱਖੋਂ ਕੀ ਕਹਿਣਾ ਚਾਹ ਰਿਹਾ, ਉਸ ਸਿਚੁਏਸ਼ਨ ਦੇ ਬਾਰੇ, ਉਸ ਗੱਲ ਦੇ ਬਾਰੇ ਜਿਹੜੀ ਤੁਸੀਂ ਫੇਸ ਕੀਤੀ ਹੈ, ਤਾਜ਼ੀ ਕਰਦੇ ਜਾ ਰਹੇ ਕੁਝ ਦਿਨਾਂ ਤੋਂ, ਪਰਮੇਸ਼ਵਰ ਤੁਹਾਨੂੰ ਕੀ ਕਹਿ ਰਿਹਾ ਹੈ। ਉਸ ਤੋਂ ਬਾਅਦ ਹਾ ਸੇਖੇ ਥੇ ਰਹਿਣਾ, ਕਿਉਂਕਿ ਪਰਮੇਸ਼ਵਰ ਸਵਰਗ ਵਿੱਚ ਹੈ ਅਤੇ ਤੁਸੀਂ ਧਰਤੀ ਉੱਤੇ ਹੋ। ਕਿਉਂ ਇੰਨਾ ਕੁਝ ਨਹੀਂ ਸਾਨੂੰ ਬੋਲਣਾ, ਕਿਉਂਕਿ ਪ੍ਰਭੂ ਸਵਰਗ 'ਚ ਹੈ ਨਾ। ਸਵਰਗ 'ਚ ਹੋਣ ਦਾ ਮਤਲਬ ਕੀ ਹੈ, ਉਹਦਾ ਸਵਰਗੀ ਨੇਚਰ ਹੈ, ਉਹਦਾ ਡਿਵਾਈਨ ਨੇਚਰ ਹੈ। ਉਹਦਾ ਨੇਚਰ ਇਸ ਤਰ੍ਹਾਂ ਨਹੀਂ ਹੈ ਜਿੱਦਾਂ ਤੁਸੀਂ ਹੋਰ ਮੈਂ ਇੱਕਦਮ ਹੀ ਰਿਐਕਟ ਕਰਨਾ ਚਾਹਾਂਗੇ, ਇਹ ਹੋਇਆ ਤਾਂ ਇੱਦਾਂ ਕਰ ਦਿੰਦੇ, ਉਹਨੇ ਇੱਦਾਂ ਕੀਤਾ, ਹੁਣ ਮੇਰਾ ਉਹਦੇ ਨਾਲ ਨਾਤਾ ਟੁੱਟ ਗਿਆ, ਮੈਂ ਇਹ ਨਹੀਂ ਕਰਨਾ, ਉਹ ਨਹੀਂ ਕਰਨਾ। ਇਸ ਕਰਕੇ ਸਾਨੂੰ ਇਹ ਪਰਮੇਸ਼ਰ ਨੂੰ ਰੈਵਰ ਕਰਨਾ ਹੈ, ਔਰ ਸੋਚ ਸਮਝ ਕੇ ਬੋਲਣਾ ਹੈ। ਇਸ ਲਈ ਆਪਣੇ ਸ਼ਬਦਾਂ ਨੂੰ ਘਟਾਓ। ਪ੍ਰੇਜ਼ ਗॉड। ਇਸ ਕਾਰਨ ਸਾਨੂੰ ਕੀ ਕਰਨਾ, ਆਪਣੇ ਸ਼ਬਦਾਂ ਨੂੰ ਘਟਾਉਣਾ ਹੈ। ਘਟਾਉਣ ਦਾ ਮਤਲਬ ਕੀ ਹੈ, ਜਿੱਦਾਂ ਮੈਂ ਹੁਣੇ ਕਹਿ ਕੇ ਹਟੀ ਹਾਂ, ਗੋਡ ਪ੍ਰਭੂ ਇਸ ਤਰ੍ਹਾਂ ਹੋ ਗਿਆ, ਉਸ ਤਰ੍ਹਾਂ ਹੋ ਗਿਆ। ਸਾਨੂੰ ਆਪਣੇ ਸ਼ਬਦਾਂ ਨੂੰ ਘਟਾਉਣਾ ਹੈ। ਘਟਾਉਣ ਦਾ ਮਤਲਬ ਕੀ ਹੈ, ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀ, ਜਸਟ ਪ੍ਰੇ ਟੂ ਦ ਪੁਆਇੰਟ। ਹੈ ਨਾ, ਪਰਮੇਸ਼ਰ ਨੇ ਬਾਰਤਮਸ ਨੂੰ ਪੁੱਛਿਆ ਤੂੰ ਕੀ ਚਾਹੁੰਦਾ, ਉਹਨੇ ਕਿਹਾ ਮੈਂ ਚੰਗਾਈ ਚਾਹੁੰਦਾ। ਅੱਜ ਅਸੀਂ ਕੀ ਚਾਹੁੰਦੇ ਹਾਂ, ਮੈਂ ਇਹ ਚਾਹੁੰਦੀ ਹਾਂ ਕਿ ਪਰਮੇਸ਼ਰ ਤੂੰ ਮੇਰੇ ਨੇਚਰ ਨੂੰ ਬਦਲ, ਬਿਕੋਜ਼ ਆਈ ਐਮ ਨਾਟ ਰਿਸਪੋਂਸਿਬਲ ਫॉर ਵਾਟ ਅਦਰਸ ਆਰ ਡੂਇੰਗ। ਕਿਉਂਕਿ ਮੈਂ ਉਸ ਗੱਲ ਲਈ ਜ਼ਿੰਮੇਵਾਰ ਨਹੀਂ ਹਾਂ ਕਿ ਲੋਕ ਮੈਨੂੰ ਕੀ ਕਰ ਰਹੇ, ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰ ਰਹੇ, ਹੈ ਨਾ। ਭਾਵੇਂ ਉਹ ਮੇਰੇ ਲੀਡਰਸ ਹੈ, ਬਿਲੀਵਰਸ ਹੈ, ਚਰਚ ਦੇ ਹੈ, ਪੈਸਟਰਸ ਹੈ, ਜਾਂ ਮੇਰੇ ਦੋਸਤ ਹੈ, ਮੇਰੇ ਪਰਿਵਾਰ ਹੈ, ਹਾਲੇਲੂਇਆ, ਉਹ ਮੇਰੇ ਨਾਲ ਕਿੱਦਾਂ ਬਿਹੇਵ ਕਰ ਰਹੇ। ਲੇਕਿਨ ਹਾਂ, ਮੇਰੇ ਲਈ ਜ਼ਰੂਰੀ ਹੈ ਕਿ ਜਦੋਂ ਮੈਨੂੰ ਲੋਕ ਦੁੱਖ ਪਹੁੰਚਾਉਣ ਤੇ ਮੈਂ ਉਦੋਂ ਕੀ ਕਰ ਰਹੀ ਹਾਂ, ਹੈ ਨਾ। ਇਹ ਯਿਸੂ ਮਸੀਹ ਮੇਰੇ ਖੁਦਾ ਨੇ ਉਸ ਸਮੇਂ ਤੇ ਕੀ ਕੀਤਾ, ਉਹ ਮੇਰੇ ਲਈ ਜ਼ਰੂਰੀ ਹੈ, ਤੁਹਾਡੇ ਲਈ ਵੀ ਜ਼ਰੂਰੀ ਹੈ। ਤੇ ਪਰਮੇਸ਼ਰ ਤੁਹਾਨੂੰ ਇਸ ਵਚਨ ਦੇ ਸੁਣਨ ਦੁਆਰਾ ਆਸ਼ੀਸ਼ ਦੇ, ਤੇ ਅਸੀਂ ਆਪਣੇ ਸ਼ਬਦਾਂ ਨੂੰ ਜ਼ਰੂਰ ਘਟਾਈਏ। ਆਇਆ ਪ੍ਰਾਰਥਨਾ 'ਚ ਜਾਈਏ। ਖੁਦਾਵੰਦ ਤੁਹਾਡਾ ਸ਼ੁਕਰ ਕਰਦੇ ਹਾਂ ਫਿਰ ਇਸ ਸਮੇਂ ਲਈ ਪਰਮੇਸ਼ਰ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਕਿ ਤੁਹਾਡੇ ਵਚਨ 'ਚੋਂ ਸੁਣ ਸਕੀਏ। ਪ੍ਰਭੂ, ਜਿਨ੍ਹਾਂ ਲੋਕਾਂ ਨੇ ਇਸ ਵਚਨ ਨੂੰ ਸੁਣਿਆ ਹੈ ਪਰਮੇਸ਼ਰ, ਇਹ ਵਚਨ ਉਹਨਾਂ ਦੇ ਜੀਵਨਾਂ 'ਚ ਜੜ ਪਕੜੇ, ਹੋਰ ਇੱਕ ਚੰਗੀ ਨੀਂਵ ਪਰਮੇਸ਼ਵਰ ਕਾਇਮ ਕਰੇ। ਖੁਦਾ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਵਰ, ਇਹ ਵਚਨ ਤੇਰੇ ਲੋਕਾਂ 'ਚ ਫਲਵੰਤ ਹੋ ਜਾਏ ਪਰਮੇਸ਼ਵਰ, ਹੋਰ ਬਹੁਤ ਸਾਰੇ ਲੋਕਾਂ ਲਈ ਆਸ਼ੀਸ਼ ਦਾ ਕਾਰਨ ਠਹਿਰੇ। ਹੁਣ ਇਹਦੇ ਪਰਮੇਸ਼ਵਰ ਇਸ ਸਮੇਂ ਤੇਰੇ ਬੇਟੇ ਬੇਟੀਆਂ ਦੀ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੈ ਤੂੰ ਪੂਰੀ ਕਰ। ਖੁਦਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਦੇ ਨਾਮ 'ਚ, ਆਮੀਨ।
So God bless you all for coming, and thank you for hearing the word of God. And do subscribe, like and share. परमेश्वर ਤੁਹਾਨੂੰ ਆਸ਼ੀਸ਼ ਦੇ ਇਨ ਵਚਨਾਂ ਦੇ ਸੁਣਨ ਦੇ ਦੁਆਰਾ। ਹੋਰ ਕਿਰਪਾ ਕਰਕੇ ਇਹਨੂੰ ਸਬਸਕ੍ਰਾਈਬ ਕਰੋ, ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਵੰਡੋ, ਹੋਰ ਕਮੈਂਟ, ਲਾਈਕ, ਸ਼ੇਅਰ ਕਰੋ। God bless you.